ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 204 ਤੋਂ ਲੈ ਕੇ 206 ਤੱਕ ਸਵੈਮਨ ਬਾਣੀ 'ਤੇ ਵਿਚਾਰ ਕਰਦੇ ਹਾਂ ਜੀ। ਪੰਚਮ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ। ਬਹੁਤ ਹੀ ਪਿਆਰੀ ਬਾਣੀ ਹੈ, ਬਹੁਤ ਹੀ ਪਿਆਰੀ ਬਾਣੀ, ਸਾਰੀ ਹੀ ਬਹੁਤ ਪਿਆਰੀ ਹੈ। ਪਰ ਅੱਜ ਵਾਲੀ ਜਿਹੜੀ ਇਹ ਬਾਣੀ ਦੀ ਆਪਾਂ ਸਾਂਝ ਪਾਉਣ ਜਾ ਰਹੇ ਹਾਂ, ਬਹੁਤ ਹੀ ਮਤਲਬ ਮਨ ਨੂੰ ਟੁੰਬ ਰਹੀ ਹੈ ਜੀ। ਬਾਕੀ ਆਪਣੇ ਜਿੱਦਾਂ ਸਾਰਿਆਂ ਦੇ ਆਪਣੇ ਆਪਣੇ ਮਨ ਦਾ ਹੁੰਦਾ ਹੈ ਕਿ ਮਤਲਬ ਕਿਸੇ ਨੂੰ ਕੋਈ ਮਤਲਬ ਸ਼ਬਦ ਜ਼ਿਆਦਾ ਮਨ ਨੂੰ ਟੁੰਬਦਾ, ਕਿਸੇ ਦੇ ਮਨ ਨੂੰ ਕੋਈ ਜ਼ਿਆਦਾ ਹੋਰ ਸ਼ਬਦ ਟੁੰਬਦਾ ਹੈ। ਆਪਣੀ ਆਪਣੀ ਮਤਲਬ ਹਰ ਇੱਕ ਦੀ ਜਿਸ ਤਰ੍ਹਾਂ ਮਨ ਦੀ ਕਹਿੰਦੇ ਹਾਲਤ ਹੈਗੀ ਆ ਜੀ। ਹਾਂਜੀ, ਆਓ ਜੀ ਆਪਾਂ ਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਿਨ ਬਿਦ ਮਿਲੈ ਗੁਸਾਈ ਮੇਰੇ RAM ਰਾਏ। ਕੋਈ ਐਸਾ ਸੰਤ ਸਹਿਜ ਸੁਖ ਦਾਤਾ। ਮੋਹਿ ਮਾਰਗ ਦੇ ਬਤਾਈ ਰਹਾਓ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ, ਹੇ ਪਰਮਾਤਮਾ ਜੀ, ਸਾਨੂੰ ਕਿਸ ਤਰ੍ਹਾਂ ਮਤਲਬ ਤੁਹਾਡੇ ਨਾਲ ਮਿਲਿਆ ਜਾਏ। ਕਿਨ ਵਿਦ ਮਿਲੇ ਗੁਸਾਈ ਮੇਰੇ RAM ਰਾਏ। ਹੇ ਪਰਮਾਤਮਾ ਜੀ, ਪ੍ਰਭੂ ਪਾਤਸ਼ਾਹ ਜੀ, ਕਿਸ ਤਰ੍ਹਾਂ ਕਹਿੰਦੇ ਤੁਹਾਨੂੰ ਮਿਲਿਆ ਜਾਏ। ਕਹਿੰਦੇ ਕੋਈ ਐਸਾ ਕਹਿੰਦੇ ਸੰਤ ਸਹਿਜ ਸੁਖ ਦਾਤਾ। ਕਹਿੰਦੇ ਕੋਈ ਜਿੱਦਾਂ ਆਤਮਿਕ ਸਹਿਜਤਾ, ਅਡੋਲਤਾ, ਆਨੰਦ ਦੇਣ ਵਾਲਾ ਕੋਈ ਸੰਤ ਮਿਲੇ। ਕਹਿੰਦੇ ਮੈਨੂੰ ਤੁਹਾਡਾ ਰਾਸਤਾ, ਤੁਹਾਨੂੰ ਮਿਲਣ ਦਾ ਰਾਸਤਾ ਮੈਨੂੰ ਦਿਖਾ ਦੇਵੇ। ਅੰਤਰ ਅਲਖ ਨ ਜਾਈ ਲਖਿਆ। ਵਿੱਚ ਪੜਦਾ ਹਉਮੈ ਪਾਈ। ਮਾਇਆ ਮੋਹਿ ਸਭੋ ਜਗ ਸੋਇਆ। ਇਹ ਭਰਮ ਕਹੋ ਕਿਉ ਜਾਈ। ਕਹਿੰਦੇ ਪਰਮਾਤਮਾ ਅੰਦਰ ਹੀ ਹੈ, ਹਿਰਦੇ 'ਚ। ਕਹਿੰਦੇ ਪਰ ਕਹਿੰਦੇ ਹਉਮੈ ਦਾ ਪੜਦਾ ਪਿਆ ਹੋਇਆ ਹੈ ਜੀਵ 'ਤੇ। ਫਿਰ ਕਹਿੰਦੇ ਕਿਵੇਂ, ਕਹਿੰਦੇ ਉਸ ਪਰਮਾਤਮਾ ਨੂੰ ਹਿਰਦੇ ਵਿੱਚ ਕਿਸ ਤਰ੍ਹਾਂ ਉਹਦਾ ਦੀਦਾਰ ਕੀਤਾ ਜਾਏ। ਸਾਰਾ ਜਗਤ ਕਹਿੰਦੇ ਮਾਇਆ ਦੇ ਵਿੱਚ, ਮਾਇਆ ਦੇ ਮੋਹ ਦੇ ਵਿੱਚ ਸੁੱਤਾ ਪਿਆ ਹੈਗਾ। ਇਹ ਮਾਇਆ ਦਾ ਭਰਮ ਕਹਿੰਦੇ ਕਿਸ ਤਰ੍ਹਾਂ ਚੁਕਾਇਆ ਜਾਏ। ਏਕਾ ਸੰਗਤ ਇਕਤ ਗ੍ਰਹਿ ਬਸਤੇ। ਮਿਲ ਬਾਤ ਨਾ ਕਰਤੇ ਭਾਈ। ਏਕ ਬਸਤ ਬਿਨ ਪੰਚ ਦੁਹੇਲੇ। ਉਹ ਬਸਤ ਅਗੋਚਰ ਠਾਈ। ਕਹਿੰਦੇ ਇੱਕੇ ਹੀ ਹਿਰਦੇ ਘਰ ਦੇ ਵਿੱਚ ਕਹਿੰਦੇ ਜੀਵ ਦੀ ਆਤਮਾ ਤੇ ਪਰਮਾਤਮਾ ਇੱਕ ਜਗ੍ਹਾ 'ਤੇ ਹਿਰਦੇ ਘਰ ਵਿੱਚ ਵੱਸਦੇ ਨੇ, ਪਰ ਆਪਸ ਵਿੱਚ ਗੱਲਬਾਤ ਨਹੀਂ ਕਰਦੇ ਹੈਗੇ। ਕਹਿੰਦੇ ਏਕ ਬਸਤ ਬਿਨ ਪੰਚ ਦੁਹੇਲੇ। ਕਹਿੰਦੇ ਜਿਹੜਾ ਇਹ ਨਾਮ ਰਤਨ ਹਿਰਦੇ ਘਰ ਦੇ ਵਿੱਚ ਜਦੋਂ ਤੱਕ ਜੀਵ ਨੂੰ ਮਤਲਬ ਇਹ ਨਾਮ ਰਤਨ ਦੀ ਦਾਨ ਨਹੀਂ ਮਿਲਦਾ ਹੈਗਾ, ਜਿਹੜੇ ਫਿਰ ਜੀਵ ਦੇ ਗਿਆਨ ਇੰਦਰੇ ਨੇ ਪੰਜੇ, ਕਹਿੰਦੇ ਉਹ ਬੜਾ ਦੁੱਖ ਪਾਉਂਦੇ ਨੇ। ਕਹਿੰਦੇ ਜਿਹੜੀ ਇਹ ਨਾਮ ਰਤਨ ਵਸਤੂ ਆ, ਇਹ ਇੱਥੇ ਤੱਕ ਸਾਡੀ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈਗੀ। ਫਿਰ ਜਦੋਂ ਤੱਕ ਨਹੀਂ ਮਿਲਦਾ, ਫਿਰ ਜਿਹੜੇ ਇਹ ਗਿਆਨ ਇੰਦਰੇ ਨੇ ਬੜੇ ਦੁਖੀ ਰਹਿੰਦੇ ਨੇ। ਜਿਸ ਕਾ ਗ੍ਰਹਿ ਤਿਨ ਦੀਆ ਤਾਲਾ। ਕੁੰਜੀ ਗੁਰ ਸਉ ਪਾਈ। ਕਹਿੰਦੇ ਹਿਰਦੇ ਘਰ ਦੇ ਵਿੱਚ ਜਿੱਥੇ ਪਰਮਾਤਮਾ ਨੇ ਨਾਮ ਰਤਨ ਰੱਖਿਆ, ਉਹਨੂੰ ਕਹਿੰਦੇ ਵੀ ਪਰਮਾਤਮਾ ਨੇ ਜਿੰਦਰਾ ਮਾਰਿਆ ਹੋਇਆ, ਅਤੇ ਉਹਦੀ ਜਿਹੜੀ ਕੁੰਜੀ ਆ ਉਹ ਗੁਰੂ ਨੂੰ ਦਿੱਤੀ ਆ। ਹੁਣ ਜਿੰਦਰਾ ਖੋਲ੍ਹ ਕੇ ਫੇਰ ਹੀ ਘਰ ਦੇ ਵਿੱਚ ਵੜ ਸਕਦੇ ਆ ਨਾ। ਜਿੰਦਰਾ ਵੱਜਿਆ, ਕੁੰਜੀ ਗੁਰੂ ਨੂੰ ਫੜਾਈ ਹੋਈ ਆ। ਅਨੇਕ ਉਪਾਵ ਕਰੇ ਨਹੀਂ ਪਾਵੈ। ਬਿਨ ਸਤਿਗੁਰ ਸਰਣਾਈ। ਕਹਿੰਦੇ ਚਾਹੇ ਜੀਵ ਜਿੰਨੇ ਮਰਜ਼ੀ ਉਪਾਵ ਕਰ ਲਵੇ ਉਸ ਜਿੰਦਰੇ ਨੂੰ ਖੋਲ੍ਹਣ ਦੇ, ਪਰ ਕਹਿੰਦੇ ਗੁਰੂ ਦੀ ਸ਼ਰਨ ਆਇਆਂ ਤੋਂ ਬਿਨਾਂ ਖੁੱਲ੍ਹਣਾ ਨਹੀਂ, ਕਿਉਂਕਿ ਚਾਬੀ ਗੁਰੂ ਦੇ ਕੋਲ ਆ। ਜਿਨਕੇ ਬੰਧਨ ਕਾਟੇ ਸਤਿਗੁਰ। ਤਿਨ ਸਾਧ ਸੰਗਤ ਲਿਵ ਲਾਈ।
ਕਹਿੰਦੇ ਜਿਸ ਜੀਵ ਦੇ ਬੰਧਨ ਮਾਇਆ ਦੇ ਵਿਕਾਰਾਂ ਦੇ ਗੁਰੂ ਨੇ ਕੱਟ ਦਿੱਤੇ, ਉਹ ਫਿਰ ਸਾਧ ਸੰਗਤ ਦੇ ਵਿੱਚ ਪਰਮਾਤਮਾ ਦੇ ਨਾਲ ਲਿਵ ਲਾਉਂਦਾ ਹੈ। ਪੰਜ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨਾ ਪਾਈ। ਫਿਰ ਕਹਿੰਦੇ ਜਦੋਂ ਜਿਸ ਜੀਵ ਦੇ ਵਿਕਾਰਾਂ ਦੇ ਮਾਇਆ ਦੇ ਬੰਧਨ ਗੁਰੂ ਨੇ ਕੱਟ ਦਿੱਤੇ, ਉਸ ਜੀਵ ਦੇ ਜਿਹੜੇ ਫਿਰ ਗਿਆਨ ਇੰਦਰੇ ਨੇ ਉਹ ਸਾਰੇ ਫਿਰ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਲੱਗ ਜਾਂਦੇ ਨੇ। ਫਿਰ ਉਸ ਜੀਵ ਦਾ ਤੇ ਪਰਮਾਤਮਾ ਦਾ ਕੋਈ ਭੇਦ ਨਹੀਂ ਰਹਿੰਦਾ, ਇੱਕ ਰੂਪ ਹੋ ਜਾਂਦੇ ਨੇ ਸਿਫਤ ਸਲਾਹ ਕਰਕੇ। ਮੇਰੇ ਰਾਮ ਰਾਏ ਇਨ ਬਿਦ ਮਿਲੈ ਗੁਸਾਈ। ਕਹਿੰਦੇ ਇਸ ਤਰ੍ਹਾਂ ਪਰਮਾਤਮਾ ਮਿਲਦਾ। ਫਿਰ ਉਹਦੀ ਸਿਫਤ ਸਲਾਹ ਹੁੰਦੀ ਆ ਜਦੋਂ ਗੁਰੂ ਜੀਵ ਦੇ ਵਿਕਾਰਾਂ ਦੇ ਮਾਇਆ ਦੇ ਬੰਧਨ ਕੱਟ ਦਿੰਦਾ। ਸਹਿਜ ਭਿਆ ਭ੍ਰਮ ਖਿਨ ਮੈਂ ਨਾਠਾ, ਮਿਲ ਜੋਤੀ ਜੋਤ ਸਮਾਈ। ਰਹਾਓ ਦੂਜਾ। ਹਾਂਜੀ, ਜਿਸ ਤਰ੍ਹਾਂ ਆਪਾਂ ਨੂੰ ਇੱਕ ਵਾਰ ਵੀਰ ਹਰਸਿਮਰਨ ਸਿੰਘ ਜੀ ਨੇ ਦੱਸਿਆ ਸੀ ਨਾ ਕਿ ਜੀਵ ਦੀ ਜਿਹੜੀ ਸਾਡੇ ਅੰਦਰ ਪਰਮਾਤਮਾ ਦੀ ਜੋਤ ਦਾ ਛੋਟਾ ਜਿਹਾ ਅੰਸ਼ ਆ, ਉਹਨੂੰ ਜੋਤੀ ਆ। ਜਿਹੜੀ ਪਰਮਾਤਮਾ ਦੀ ਵੱਡੀ ਜੋਤ ਆ ਉਹ ਜੋਤ। ਬਹੁਤ ਜਗ੍ਹਾ 'ਤੇ ਗੁਰਬਾਣੀ 'ਚ ਇਹ ਆਉਂਦਾ ਜੀਵ ਦੇ ਅੰਦਰ ਜੋ ਹੈ ਉਹ ਜੋਤੀ, ਪਰਮਾਤਮਾ ਦੀ ਜਿਹੜੀ ਵੱਡੀ ਆ ਉਹ ਜੋਤ। ਫਿਰ ਕਹਿੰਦੇ ਜਦੋਂ ਜੀਵ ਦੇ ਸ਼ੰਕੇ ਕੱਟ ਹੋ ਜਾਂਦੇ ਨੇ, ਮਾਇਆ ਦਾ ਭਰਮ ਕੱਟਿਆ ਜਾਂਦਾ, ਫਿਰ ਉਹ ਸਹਿਜ ਵਿੱਚ ਆ ਜਾਂਦਾ ਅਤੇ ਫਿਰ ਜਿਹੜੀ ਜੀਵ ਦੀ ਜਿਹੜੀ ਜੋਤੀ ਆ ਉਹ ਪਰਮਾਤਮਾ ਦੀ ਜੋਤ ਵਿੱਚ ਸਮਾ ਜਾਂਦੀ ਆ। ਇਹ ਜਿਹੜਾ ਜੋਤੀ ਅਤੇ ਜੋਤ ਦਾ ਸਮਾਉਣਾ ਇਹ ਵੀ ਦੋ ਤਰ੍ਹਾਂ ਦਾ ਹੈ। ਇੱਕ ਤਾਂ ਹੈ ਕਿ ਜਦੋਂ ਜੀਵ ਦਾ ਇਹ ਸਰੀਰਕ ਰੂਪ ਜਿਹੜਾ ਪੰਜ ਭੌਤਿਕ ਸਰੀਰ ਆ ਖਤਮ ਹੁੰਦਾ, ਉਦੋਂ ਜੋਤੀ ਨਿਕਲ ਕੇ ਪਰਮਾਤਮਾ ਦੀ ਜੋਤ ਵਿੱਚ ਸਮਾਉਂਦੀ ਹੈਗੀ ਆ ਨਾ। ਇੱਕ ਹੈਗਾ ਜਿਹੜਾ ਜੀਂਦਿਆਂ ਹੀ, ਜੀਂਦਿਆਂ ਜਿਹਨੂੰ ਕਹਿੰਦੇ ਨੇ ਜੀਵਨ ਮੁਕਤ ਹੋ ਜਾਣਾ। ਜਿਸ ਤਰ੍ਹਾਂ ਜੀਵ ਦੀ ਲੀਨਤਾ ਪਰਮਾਤਮਾ ਵਿੱਚ ਹੋ ਜਾਣੀ, ਵਿਕਾਰਾਂ ਤੋਂ ਮਾਇਆ ਤੋਂ ਛੁਟਕਾਰਾ ਹੋ ਜਾਣਾ, ਜੀਂਦਿਆਂ ਜੀ ਜਿਹਨੇ ਮੁਕਤ ਹੋ ਜਾਣਾ। ਉਹਦੀ ਫਿਰ ਉਹ ਜਿਹੜੀ ਜੋਤੀ ਹੈਗੀ ਆ ਉਹ ਜੋਤ ਪਰਮਾਤਮਾ ਦੀ ਜੀਂਦਿਆਂ ਜੀ ਜਿਹਦੇ 'ਚ ਲੀਨ ਹੋ ਜਾਣੀ, ਉਹ ਜੀਵਨ ਮੁਕਤ ਹੋ ਜਾਂਦਾ। ਵਾਹਿਗੁਰੂ ਜੀ, ਵਾਹਿਗੁਰੂ ਜੀ, ਸੱਚੇ ਪਾਤਸ਼ਾਹ ਜੀ। ਗੌੜੀ ਮਹੱਲਾ ਪੰਜਵਾਂ। ਐਸੋ ਪਰਚੋ ਪਾਇਓ, ਕਰੀ ਕਿਰਪਾ ਦਿਆਲ ਬੀਠਲੇ, ਸਤਿਗੁਰ ਮੁਝੇ ਬਤਾਇਓ। ਰਹਾਓ। ਕਹਿੰਦੇ ਪਰਮਾਤਮਾ ਨੇ ਕਹਿੰਦੇ ਮੇਰੇ 'ਤੇ ਇਹ ਮਤਲਬ ਉਪਕਾਰ ਕਰ ਦਿੱਤਾ ਕਿ ਮੈਨੂੰ ਗੁਰੂ ਦੇ ਨਾਲ ਮਿਲਾ ਦਿੱਤਾ। ਕਿਰਪਾ ਕਰਕੇ ਕਹਿੰਦੇ ਪਰਮਾਤਮਾ ਨੇ ਮੈਨੂੰ ਗੁਰੂ ਦੇ ਨਾਲ ਮਿਲਾ ਦਿੱਤਾ। ਜਤ ਕਤ ਦੇਖੋ ਤਤ ਤਤ ਤੁਮ ਹੀ, ਮੋਹੇ ਇਹ ਵਿਸ਼ਵਾਸ ਹੋਏ ਆਇਓ। ਕਹਿੰਦੇ ਗੁਰੂ ਦੇ ਮਿਲਣ ਨਾਲ ਕੀ ਹੋਇਆ, ਕਹਿੰਦੇ ਫਿਰ ਮੇਰੇ ਮਨ ਦੇ ਵਿੱਚ ਇਹ ਵਿਸ਼ਵਾਸ ਹੋ ਗਿਆ ਕਿ ਜਿੱਧਰ ਵੀ ਮੈਂ ਦੇਖਦਾ ਵੀ ਉੱਥੇ ਪਰਮਾਤਮਾ ਹੀ ਪਰਮਾਤਮਾ ਹੈ। ਪਰਮਾਤਮਾ ਹਰ ਇੱਕ ਜਗ੍ਹਾ 'ਤੇ ਵਿਆਪਕ ਹੈ। ਕੈ ਪਹਿ ਕਰੋ ਅਰਦਾਸ ਬੇਨਤੀ, ਜੋ ਸੁਨ ਤੋ ਹੈ ਰਘੁਰਾਇਓ। ਫਿਰ ਕਹਿੰਦੇ ਮੈਨੂੰ ਇਹ ਵੀ ਵਿਸ਼ਵਾਸ ਹੋ ਗਿਆ ਵੀ ਜੇ ਪਰਮਾਤਮਾ ਜੀਵ ਦੀ ਅਰਦਾਸ ਸੁਣਦਾ ਤਾਂ ਫਿਰ ਮੈਨੂੰ ਹੋਰ ਕਿਸੇ ਜਾ ਕੇ ਬੇਨਤੀਆਂ ਕਰਨ ਦੀ ਲੋੜ ਨਹੀਂ ਹੈਗੀ। ਲਹਿਓ ਸਹਸਾ ਬੰਧਨ ਗੁਰ ਤੋਰੇ, ਤਾਂ ਸਦਾ ਸਹਿਜ ਸੁਖ ਪਾਇਓ। ਕਹਿੰਦੇ ਜਦੋਂ ਗੁਰੂ ਨੇ ਮੇਰੇ ਮਾਇਆ ਦੇ ਵਿਕਾਰਾਂ ਦੇ ਬੰਧਨ ਕੱਟ ਦਿੱਤੇ, ਮੇਰੀ ਕਹਿੰਦੇ ਸ਼ੰਕੇ ਖਤਮ ਹੋ ਗਏ ਅਤੇ ਫਿਰ ਮੈਂ ਕਹਿੰਦੇ ਆਨੰਦ ਪਾ ਲਿਆ, ਆਤਮਿਕ ਅਡੋਲਤਾ ਪਾ ਲਈ। ਹੋਣਾ ਸਾ ਸੋਈ ਫੁਨ ਹੋਸੀ, ਸੁਖ ਦੁੱਖ ਕਹਾ ਦਿਖਾਇਓ। ਫਿਰ ਕਹਿੰਦੇ ਗੁਰੂ ਦੀ ਸ਼ਰਨ ਆਉਣ 'ਤੇ ਮੈਨੂੰ ਇਹ ਵੀ ਪਤਾ ਲੱਗ ਗਿਆ ਵੀ ਜੋ ਕੁਛ ਹੋਣਾ ਹੈ ਉਹ ਹੋਣਾ ਹੀ ਆ, ਵੀ ਜਿਹੜਾ ਸੁੱਖ ਦੁੱਖ ਹੈਗਾ ਇਹ ਪਰਮਾਤਮਾ ਵੱਲੋਂ ਆਉਣਾ ਹੀ ਆਉਣਾ ਹਰ ਇੱਕ ਜੀਵ ਨੂੰ ਆਪਣੇ ਕਰਮਾਂ ਦੇ ਹਿਸਾਬ ਦੇ ਨਾਲ। ਫਿਰ ਕਹਿੰਦੇ ਮੈਨੂੰ ਕੋਈ ਚਿੰਤਾ ਨਹੀਂ ਰਹੀ ਹੈਗੀ ਵੀ ਜੋ ਹੋਣਾ ਉਹ ਤਾਂ ਹੋਣਾ ਹੀ ਆ। ਖੰਡ ਬ੍ਰਹਿਮੰਡ ਕਾ ਏਕੋ ਠਾਣਾ, ਗੁਰ ਪਰਦਾ ਖੋਲ ਦਿਖਾਇਓ। ਕਹਿੰਦੇ ਫਿਰ ਗੁਰੂ ਨੇ ਮੈਨੂੰ ਭਰਮ ਦਾ ਪਰਦਾ ਖੋਲ੍ਹ ਕੇ ਇਹ ਵੀ ਦਿਖਾ ਦਿੱਤਾ ਵੀ ਉਹ ਪਰਮਾਤਮਾ ਹੀ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਟਿਕਾਣਾ ਹੈ।
ਨੌ ਨਿਦ ਨਾਮ ਨਿਦਾਨ ਇਕ ਠਾਈ, ਤੋ ਬਾਹਰ ਕੈਠੇ ਜਾਇਓ। ਕਹਿੰਦੇ ਫਿਰ ਗੁਰੂ ਨੂੰ ਮਿਲਣ ਦੇ ਨਾਲ ਮੈਨੂੰ ਇਹ ਵੀ ਪਤਾ ਲੱਗ ਗਿਆ ਵੀ ਜਿਹੜਾ ਨਾਮ ਨਿਧਾਨ ਆ ਪਰਮਾਤਮਾ ਦਾ ਉਹ ਅੰਦਰ ਹੀ ਆ। ਉਹ ਨੌ ਨਿਧੀਆਂ ਜਿਹੜੇ ਨੌ ਖਜ਼ਾਨੇ ਨੇ, ਨਾਮ ਨਿਧਾਨ ਆ ਵੀ ਉਹ ਇੱਕ ਜਗ੍ਹਾ 'ਤੇ ਮੇਰੇ ਅੰਦਰ ਹੀ ਆ। ਫਿਰ ਮੈਂ ਬਾਹਰ ਕਿਉਂ ਭਟਕਣਾ ਹੋਇਆ, ਜਿੱਥੇ ਜਿਹੜੀ ਚੀਜ਼ ਆ ਉੱਥੋਂ ਹੀ ਮਿਲਣੀ ਆ। ਏਕੈ ਕਨਕ ਅਨੇਕ ਭਾਤ ਸਾਜੀ, ਬਹੁ ਪ੍ਰਕਾਰ ਰਚਾਇਓ। ਕਹਿੰਦੇ ਜਿਸ ਤਰ੍ਹਾਂ ਆਪਾਂ ਸੋਨੇ ਤੋਂ ਸੁਨਿਆਰਾ ਅਲੱਗ-ਅਲੱਗ ਤਰ੍ਹਾਂ ਦੇ ਗਹਿਣੇ ਬਣਾਉਂਦਾ, ਇਸ ਤਰ੍ਹਾਂ ਹੀ ਪਰਮਾਤਮਾ ਨੇ ਇਹ ਸ੍ਰਿਸ਼ਟੀ ਸਾਜੀ ਆ, ਤਰ੍ਹਾਂ ਤਰ੍ਹਾਂ ਦੇ ਜੀਵ ਬਣਾਏ ਨੇ। ਕਹਿੰਦੇ ਵੀ ਜਿਸ ਤਰ੍ਹਾਂ ਜੇ ਸੋਨੇ ਦੇ ਜਿਹੜੇ ਗਹਿਣੇ ਨੇ ਉਹਨਾਂ ਨੂੰ ਦੁਬਾਰਾ ਪਿਘਲਾ ਲਈਏ ਫਿਰ ਸੋਨਾ ਬਣ ਜਾਂਦਾ, ਇਸ ਤਰ੍ਹਾਂ ਹੀ ਜਿਹੜੇ ਜੀਵ ਨੇ ਇਹਨਾਂ ਨੇ ਪਰਮਾਤਮਾ ਦੇ ਵਿੱਚ ਮਿਲਦੇ ਜਾਣਾ। ਜਿਵੇਂ ਜਿਵੇਂ ਜਿਸ ਤਰ੍ਹਾਂ ਜੀਵ ਦੇ ਕਰਮ ਨੇ, ਜਿਸ ਦਾ ਪਰਮਾਤਮਾ 'ਚ ਸਮਾਈ ਹੋ ਜਾਣੀ ਹੈ, ਇਸ ਤਰ੍ਹਾਂ ਫਿਰ ਮਿਲਦੇ ਜਾਣਾ। ਨਹੀਂ ਫਿਰ ਜਨਮ ਮਰਨ ਦਾ ਚੱਕਰ ਆ, ਜਦੋਂ ਤੱਕ ਜੀਵ ਦੀ ਸਮਾਈ ਨਹੀਂ ਹੁੰਦੀ। ਪਰ ਅੰਤ ਇਹੀ ਆ ਵੀ ਸਾਰਿਆਂ ਦੀ ਸਮਾਈ ਪਰਮਾਤਮਾ ਵਿੱਚ ਹੀ ਹੋਣੀ ਆ, ਜਿੱਥੋਂ ਆਏ ਆ। ਵਾਹਿਗੁਰੂ ਜੀ। ਕਹੋ ਨਾਨਕ ਪਰਮ ਗੁਰ ਖੋਈ ਹੈ, ਇਵ ਤਤੈ ਤਤ ਮਿਲਾਇਓ। ਨਾਨਕ ਜੀ ਕਹਿੰਦੇ ਨੇ ਫਿਰ ਗੁਰੂ ਨੇ ਮੇਰਾ ਇਹ ਭਰਮ ਖੋ ਦਿੱਤਾ, ਵੀ ਭਰਮ ਮੇਰਾ ਹੁਣ ਨਿਕਲ ਗਿਆ ਵੀ ਇਸ ਤਰ੍ਹਾਂ ਹੀ ਤੱਤ ਨੇ ਤੱਤ ਵਿੱਚ ਮਿਲ ਜਾਣਾ। ਅਸੀਂ ਸਾਰਿਆਂ ਨੇ, ਆਤਮਾ ਨੇ, ਜੀਵ ਆਤਮਾ ਨੇ ਪਰਮਾਤਮਾ ਵਿੱਚ ਹੀ ਮੇਲ ਹੋ ਜਾਣਾ। ਗੌੜੀ ਮਹੱਲਾ ਪੰਜਵਾਂ। ਔਦ ਕਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਜੀਵ ਦੀ ਦਿਨ ਰਾਤ ਉਮਰ ਘਟਦੀ ਜਾਂਦੀ ਆ, ਦਿਨ ਲੰਘਦੇ ਜਾਂਦੇ ਨੇ। ਕਹਿੰਦੇ ਹੇ ਮੇਰੇ ਮਨ, ਗੁਰੂ ਨਾਲ ਮਿਲ ਕੇ ਆਪਣਾ ਜਿਹੜਾ ਅਸਲੀ ਕੰਮ ਆ ਜੀਵਨ ਦਾ ਉਹ ਸਵਾਰ ਲੈ ਨਾਮ ਜਪਣ ਦਾ। ਰਹਾਓ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਕਹਿੰਦੇ ਹੇ ਮੇਰੇ ਮਿੱਤਰ ਪਿਆਰਿਓ, ਸੁਣੋ। ਕਹਿੰਦੇ ਬੇਨਤੀ ਨਾਲ ਦੱਸਦਾ ਕਿ ਇਹ ਜਿਹੜਾ ਜੀਵਨ ਆ, ਮਨੁੱਖਾ ਜੀਵਨ, ਇਹ ਸੰਤਾਂ ਗੁਰੂਆਂ ਦੀ ਟਹਿਲ ਸੇਵਾ ਕਰਨ ਦਾ ਵਕਤ ਹੈ। ਈਹਾ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਕਹਿੰਦੇ ਜਦੋਂ ਇਸ ਲੋਕ ਵਿੱਚ ਜਿਹੜੀ ਅਸਲੀ ਖੱਟੀ ਆ ਕਮਾਈ ਦੀ ਨਾਮ ਦੀ, ਉਹ ਖੱਟ ਲਾਂਗੇ ਨਾ, ਫਿਰ ਅੱਗੇ ਪਰਲੋਕ ਵਿੱਚ ਸੁਹੇਲਾ ਥਾਂ ਮਿਲਦਾ ਹੈ। ਇਹ ਸੰਸਾਰ ਵਿਕਾਰ ਸਹਸੇ ਮਹਿ, ਤਰਿਓ ਬ੍ਰਹਮ ਗਿਆਨੀ। ਕਹਿੰਦੇ ਜਿਹੜੇ ਸੰਸਾਰ ਦੇ ਜੀਵ ਨੇ ਸਾਰੇ, ਇਹ ਸਾਰੇ ਮਤਲਬ ਇੱਕ ਤਰ੍ਹਾਂ ਦੇ ਭਰਮ ਵਿੱਚ ਨੇ, ਮਾਇਆ ਦੇ, ਵਿਕਾਰਾਂ ਦੇ। ਔਰ ਜਿਹੜਾ ਇਹਨਾਂ ਤੋਂ ਉੱਪਰ ਉੱਠ ਗਿਆ ਉਹੀ ਇਸ ਸੰਸਾਰ ਸਾਗਰ ਤੋਂ ਤਰਿਆ ਹੈ, ਗੁਰੂ ਦੇ ਲੜ ਲੱਗ ਕੇ। ਜਿਸੇ ਜਗਾਏ ਪੀ ਆਏ, ਹਰ ਰਸ ਅਕਥ ਕਥਾ ਤਿਨ ਜਾਨੀ। ਕਹਿੰਦੇ ਜਿਸ ਨੂੰ ਪਰਮਾਤਮਾ ਆਪਣਾ ਨਾਮ ਰਸ ਦਿੰਦਾ ਹੈ, ਉਹਨਾਂ ਨੂੰ ਫਿਰ ਜਿਹੜੀ ਪਰਮਾਤਮਾ ਦੀ ਇਹ ਅਕਥ ਕਥਾ ਹੈਗੀ ਆ, ਜੀਵਨ ਦੀ ਅਸਲੀਅਤ ਹੈਗੀ ਆ, ਉਹਨਾਂ ਨੂੰ ਫਿਰ ਇਹ ਸਮਝ ਲੱਗ ਜਾਂਦੀ ਆ। ਜਾ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੈ ਬਸੇਰਾ। ਕਹਿੰਦੇ ਜਿਸ ਵੱਖਰ ਦਾ ਅਸੀਂ ਵਪਾਰ ਕਰਨ ਲਈ ਆਏ ਹਾਂ, ਨਾਮ ਦਾ, ਕਹਿੰਦੇ ਉਹਦਾ ਹੀ ਵਪਾਰ ਕਰੀਏ। ਤੇ ਕਹਿੰਦੇ ਗੁਰੂ ਦੇ ਲੜ ਲੱਗਿਆਂ ਇਹ ਜਿਹੜੀ ਵੱਖਰ ਆ ਸਾਡੇ ਮਨ 'ਚ ਵਸ ਜਾਂਦੀ ਆ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਕਹਿੰਦੇ ਜਦੋਂ ਅਸੀਂ ਪਰਮਾਤਮਾ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਲੱਭ ਲੈਂਦੇ ਹਾਂ, ਫਿਰ ਅਸੀਂ ਪਰਮਾਤਮਾ ਦਾ ਮਹਿਲ ਪ੍ਰਾਪਤ ਕਰ ਲੈਂਦੇ ਹਾਂ। ਫਿਰ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਂਦਾ ਤੇ ਅਸੀਂ ਆਨੰਦਮਈ ਰਹਿੰਦੇ ਹਾਂ। ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹੀ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਕਹਿੰਦੇ ਹੇ ਦਿਲਾਂ ਦੀਆਂ ਜਾਣਨ ਵਾਲੇ ਪਰਮਾਤਮਾ ਜੀ, ਮੇਰੇ ਮਨ ਦੀ ਇੱਕ ਸ਼ਰਧਾ ਪੂਰੀ ਕਰ ਦਿਓ। ਨਾਨਕ ਜੀ ਕਹਿੰਦੇ ਨੇ
ਇਹ ਨਾਨਕ ਦਾਸ ਤੁਹਾਡੇ ਕੋਲੋਂ ਮੰਗ ਕਰਦਾ ਕਿ ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਬਖਸ਼ ਦਿਓ। ਵਾਹਿਗੁਰੂ ਜੀ, ਵਾਹਿਗੁਰੂ ਜੀ। ਸਾਡੇ ਵੱਲੋਂ, ਜੀਵਾਂ ਵੱਲੋਂ ਬੇਨਤੀ ਕਰ ਰਹੇ ਨੇ ਨਾਨਕ ਜੀ। ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾਂ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਰਹਾਓ। ਕਹਿੰਦੇ ਹੇ ਪਰਮਾਤਮਾ ਜੀ, ਹੇ ਮੇਰੇ ਪਿਤਾ, ਕਹਿੰਦੇ ਮੇਰੀ ਰਾਖੀ ਕਰੋ, ਮੇਰੀ ਰੱਖਿਆ ਕਰੋ। ਕਹਿੰਦੇ ਮੇਰੇ ਕੋਲ ਸਾਰੇ ਔਗਣ ਹੀ ਔਗਣ ਨੇ, ਗੁਣ ਸਾਰੇ ਤੁਹਾਡੇ ਕੋਲ ਨੇ, ਮੈਨੂੰ ਵੀ ਆਪਣੇ ਗੁਣ ਬਖਸ਼ ਦਿਓ, ਬਖਸ਼ ਦਿਓ। ਪੰਜ ਵਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਕਹਿੰਦੇ ਜਿਹੜੇ ਪੰਜ ਵਿਕਾਰ ਨੇ ਤੇ ਮੈਂ ਕਹਿੰਦੇ ਇਕੱਲਾ, ਮੇਰਾ ਮਨ ਜੀਵ ਕਹਿੰਦੇ ਵੀ ਇਕੱਲਾ ਲੜਾਈ ਕਰਨ ਲਈ ਉਹ ਪੰਜ ਵਿਕਾਰਾਂ ਨਾਲ ਤੁਸੀਂ ਰੱਖਿਆ ਕਰੋ ਪਰਮਾਤਮਾ ਜੀ। ਖੇਦ ਕਰੇ ਔਰ ਬਹੁਤ ਸੰਤਾਵੈ, ਆਇਓ ਸਰਨ ਤੁਹਾਰੇ। ਕਹਿੰਦੇ ਜਿਹੜੇ ਪੰਜੇ ਵਿਕਾਰ ਨੇ ਮੈਨੂੰ ਬਹੁਤ ਦੁਖੀ ਕਰਦੇ ਨੇ, ਕਹਿੰਦੇ ਇਹਨਾਂ ਤੋਂ ਬਚਣ ਦੇ ਲਈ ਮੈਂ ਤੁਹਾਡੀ ਸ਼ਰਨ 'ਚ ਆਇਆ ਹਾਂ। ਜੀਵ ਕਹਿ ਰਿਹਾ, ਕਰ ਕਰ ਹਾਰਿਓ ਅਨੇਕ ਬਹੁ ਪਾਤੀ, ਛੋੜੈ ਕਤੂ ਨਾਹੀ। ਏਕ ਬਾਤ ਸੁਨ ਤਾਕੀ, ਓਟਾ ਸਾਧ ਸੰਗ ਮਿਟ ਜਾਹੀ। ਕਹਿੰਦੇ ਮੈਂ ਬਹੁਤ ਯਤਨ ਕੀਤੇ ਨੇ, ਪਰ ਜਿਹੜੇ ਇਹ ਪੰਜ ਵਿਕਾਰ ਨੇ ਮੈਨੂੰ ਛੱਡਦੇ ਨਹੀਂ ਗਏ। ਫਿਰ ਕਹਿੰਦੇ ਮੈਂ ਇੱਕ ਗੱਲ ਸੁਣੀ ਆ ਕਿ ਤੇਰੀ ਸਾਧ ਸੰਗਤ ਦੇ ਵਿੱਚ ਜਾਇਆ ਇਹ ਵਿਕਾਰ ਛੱਡ ਜਾਂਦੇ ਨੇ। ਫਿਰ ਹੁਣ ਮੈਂ ਤੇਰੀ ਸਾਧ ਸੰਗਤ ਦੀ ਆਸਰਾ ਤੱਕਿਆ। ਕਹਿੰਦੇ ਕਰ ਕਿਰਪਾ ਸੰਤ ਮਿਲੇ ਮੋਹੇ, ਤਿਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹੇ, ਨਿਰਭਉ ਗੁਰ ਕਾ ਸ਼ਬਦ ਕਮਾਇਆ। ਕਹਿੰਦੇ ਜਦੋਂ ਕਿਰਪਾ ਕਰਕੇ ਤੇਰੇ ਸੰਤ ਮੈਨੂੰ ਮਿਲ ਗਏ, ਫਿਰ ਕਹਿੰਦੇ ਮੇਰੇ ਮਨ ਨੂੰ ਧੀਰਜ ਆਇਆ। ਕਹਿੰਦੇ ਉਹਨਾਂ ਨੇ ਮੈਨੂੰ ਤੇਰਾ ਮੰਤਰ ਦਿੱਤਾ, ਜੋ ਮੈਂ ਕਹਿੰਦੇ ਮੰਤਰ, ਨਾਮ ਮੰਤਰ ਤੇਰਾ ਕਮਾਇਆ। ਫਿਰ ਕਹਿੰਦੇ ਮੇਰਾ ਮਨ ਨਿਰਭਉ ਹੋ ਗਿਆ ਇਹਨਾਂ ਵਿਕਾਰਾਂ ਵੱਲੋਂ, ਮੈਨੂੰ ਇਹਨਾਂ ਵਿਕਾਰਾਂ ਦਾ ਡਰ ਖਤਮ ਹੋ ਗਿਆ ਮੇਰਾ। ਜੀਤ ਲਏ ਓਏ ਮਹਾਂ ਬਿਖਾਦੀ, ਸਹਿਜ ਸੁਹੇਲੀ ਬਾਣੀ। ਕਹੋ ਨਾਨਕ ਮਨ ਪਿਆ ਪਰਗਾਸਾ, ਪਾਇਆ ਪਦ ਨਿਰਵਾਣੀ। ਕਹਿੰਦੇ ਮੈਂ ਗੁਰੂ ਦੀ ਸਹਿਜ ਦੇਣ ਵਾਲੀ, ਸੁੱਖ ਦੇਣ ਵਾਲੀ ਬਾਣੀ ਦੇ ਨਾਲ ਆਪਣੇ ਪੰਜੇ ਵਿਕਾਰ ਜਿੱਤ ਲੈ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ। ਨਾਨਕ ਜੀ ਕਹਿੰਦੇ ਨੇ ਜੀਵ ਵੱਲੋਂ, ਕਹਿੰਦੇ ਹੁਣ ਮੇਰੇ ਮਨ ਦੇ ਵਿੱਚ ਆਤਮਿਕ ਚਾਨਣ ਹੋ ਗਿਆ ਤੇ ਮੈਂ ਕਹਿੰਦੇ ਪਰਮ ਪਦ, ਸਭ ਤੋਂ ਉੱਚੀ ਆਤਮਿਕ ਅਵਸਥਾ ਪਾ ਲਈ ਹੈ ਹੁਣ, ਜਿੱਥੇ ਕੋਈ ਵਾਸ਼ਨਾ ਨਹੀਂ ਪੋ ਸਕਦੀ। ਵਾਹਿਗੁਰੂ ਜੀ, ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾਂ। ਉਹ ਅਬਿਨਾਸੀ ਰਾਇਆ, ਨਿਰਭਉ ਸੰਗ ਤੁਮਾਰੇ ਬਸਤੇ, ਇਹ ਡਰਨ ਕਹਾ ਤੇ ਆਇਆ। ਰਹਾਓ। ਕਹਿੰਦੇ ਉਹ ਪਰਮਾਤਮਾ ਅਟੱਲ ਹੈ, ਜਿਹਦਾ ਕਦੇ ਨਾਸ਼ ਨਹੀਂ ਹੋ ਸਕਦਾ, ਜੋ ਕਦੇ ਖਤਮ ਨਹੀਂ ਹੋ ਸਕਦਾ। ਕਹਿੰਦੇ ਉਹ ਪਰਮਾਤਮਾ ਹੈ ਜੀਵ ਤੇਰੇ ਨਾਲ ਵਸਦਾ। ਉਹ ਪਰਮਾਤਮਾ ਬਿਨਾਂ ਡਰ ਤੋਂ ਹੈ, ਉਹਨੂੰ ਕੋਈ ਡਰ ਨਹੀਂ ਹੈ, ਉਹ ਤੇਰੇ ਨਾਲ ਰਹਿੰਦਾ। ਫਿਰ ਤੈਨੂੰ ਡਰ ਕਿਸ ਚੀਜ਼ ਦਾ? ਜੀਵ ਨੂੰ ਕਹਿ ਰਹੇ ਨੇ ਵੀ ਜਦੋਂ ਨਿਡਰ ਪਰਮਾਤਮਾ ਤੇਰੇ ਨਾਲ ਹਰ ਵਕਤ ਆ, ਤਾਂ ਫਿਰ ਤੈਨੂੰ ਕਿਉਂ ਡਰ? ਏਕ ਮਹਿਲ ਤੂੰ ਹੋ ਅਫਾਰੋ, ਏਕ ਮਹਿਲ ਨਿਮਾਨੋ। ਏਕ ਮਹਿਲ ਤੂੰ ਆਪੇ ਆਪੇ, ਏਕ ਮਹਿਲ ਗਰੀਬਾਨੋ। ਫਿਰ ਕਹਿੰਦੇ ਨੇ ਕਿ ਵੀ ਜੀਵ ਦੇ ਵੀ ਹੱਥ ਵੱਸ ਨਹੀਂ ਹੈ, ਜੋ ਕੁਛ ਵੀ ਕਰਨ ਕਰਾਉਣ ਵਾਲਾ ਪਰਮਾਤਮਾ ਹੈ। ਕਹਿੰਦੇ ਇੱਕ ਸਰੀਰ ਦੇ ਵਿੱਚ ਪਰਮਾਤਮਾ ਇੱਕ ਹਉਮੈ ਵਾਂਗ, ਹਉਮੈ ਵਾਲਾ ਬਣ ਕੇ ਵਿਚਰ ਰਿਹਾ, ਤੇ ਇੱਕ ਸਰੀਰ ਦੇ ਵਿੱਚ ਬਿਲਕੁਲ ਹੀ ਨਿਰਮਾਣਤਾ ਵਾਲਾ ਹੋ ਕੇ ਵਿਚਰ ਰਿਹਾ। ਇੱਕ ਸਰੀਰ ਦੇ ਵਿੱਚ ਕਹਿੰਦੇ ਜਿੱਦਾਂ ਦੂਜਿਆਂ ਨਾਲ ਵਧੀਕੀਆਂ ਕਰਦਾ ਆਪਣੇ ਆਪ ਦੇ ਵਿੱਚ ਹੈ, ਤੇ ਇੱਕ ਵਿੱਚ ਵੇ ਕਹਿੰਦੇ ਬੜੇ ਗਰੀਬੜਾ ਜਿਹਾ ਹੋ ਕੇ ਵਿਚਰ ਰਿਹਾ।
ਏਕ ਮਹਿਲ ਤੂੰ ਪੰਡਤ ਬਕਤਾ, ਏਕ ਮਹਿਲ ਖਲ ਹੋਤਾ। ਕਹਿੰਦੇ ਇੱਕ ਸਰੀਰ ਦੇ ਵਿੱਚ ਤਾਂ ਕਹਿੰਦੇ ਬੜਾ ਵਿਦਵਾਨ ਹੋ ਕੇ ਵਿਚਰ ਰਿਹਾ, ਪਰਮਾਤਮਾ ਵੱਲੋਂ ਕਹਿ ਰਹੇ ਨੇ। ਇੱਕ ਸਰੀਰ ਦੇ ਵਿੱਚ ਕਹਿੰਦੇ ਵੀ ਜਿਹਨੂੰ ਕੋਈ ਬਿਲਕੁਲ ਹੀ ਮਤਲਬ ਬੁੱਧੀਹੀਨ ਹੋ ਕੇ ਵਿਚਰ ਰਿਹਾ। ਏਕ ਮਹਿਲ ਤੂੰ ਸਭ ਕਿਛ ਗ੍ਰਾਹਜ, ਏਕ ਮਹਿਲ ਕਛੁ ਨਾ ਲੇਤਾ। ਕਹਿੰਦੇ ਇੱਕ ਸਰੀਰ ਦੇ ਵਿੱਚ ਤੂੰ ਸਾਰਿਆਂ ਕੋਲੋਂ ਸਭ ਕੁਝ ਜਿਵੇਂ ਖੋਹ ਰਿਹਾ ਹੁੰਨਾ, ਇੱਕ ਸਰੀਰ ਦੇ ਵਿੱਚ ਕਹਿੰਦੇ ਬਿਲਕੁਲ ਹੀ ਇੱਦਾਂ ਬੈਰਾਗੀ ਵਾਂਗ ਵੀ ਜਿਹੜੀ ਚੀਜ਼ ਤੇਰੇ ਲਈ ਠੀਕ ਹੀ ਆ ਉਹ ਵੀ ਨਹੀਂ ਲੈਂਦਾ ਹੈਗਾ। ਕਾਠ ਕੀ ਪੁਤਰੀ ਕਹਾ ਕਰੇ ਬਪੁਰੀ, ਖਿਲਾਵਨ ਹਾਰੋ ਜਾਨੈ। ਜੈਸਾ ਪੇਖ ਕਰਾਵੈ ਬਾਜੀਗਰ, ਉਹ ਤੈਸੋ ਹੀ ਸਾਜ ਆਨੈ। ਫਿਰ ਕਹਿੰਦੇ ਜੀਵ ਤਾਂ ਇੱਕ ਜਿਵੇਂ ਮਤਲਬ ਕਠਪੁਤਲੀ ਵਾਂਗ ਹੈ। ਕਹਿੰਦੇ ਉਹ ਪਰਮਾਤਮਾ ਹੈ, ਇਹਨੂੰ ਜੀਵ ਨੂੰ ਖਿਡਾਉਣ ਵਾਲਾ ਬਾਜੀਗਰ। ਕਹਿੰਦੇ ਜਿਸ ਤਰ੍ਹਾਂ ਵੀ ਜੀਵ ਤੋਂ ਪਰਮਾਤਮਾ ਕਰਵਾਉਣਾ ਚਾਹੁੰਦਾ, ਜੀਵ ਉਸ ਤਰ੍ਹਾਂ ਹੀ ਇਸ ਸਰੀਰ ਵਿੱਚ ਬੈਠ ਕੇ ਕਰ ਰਿਹਾ ਹੈ, ਉਸ ਤਰ੍ਹਾਂ ਦੀ ਭੇਖ ਬਣਾ ਰਿਹਾ ਹੈ। ਇਹ ਜੀਵ ਦੇ ਹੱਥ ਵੱਸ ਨਹੀਂ, ਕਰਨ ਕਰਾਉਣ ਵਾਲਾ ਪਰਮਾਤਮਾ ਹੀ ਹੈ। ਅਨੇਕ ਕੋਠਰੀ ਬਹੁਤ ਭਾਤ ਕਰੀਆ, ਆਪ ਹੋਆ ਰਖਵਾਰਾ। ਕਹਿੰਦੇ ਪਰਮਾਤਮਾ ਨੇ ਅਨੇਕ ਤਰ੍ਹਾਂ ਦੇ ਕਹਿੰਦੇ ਜੀਵ ਬਣਾਏ ਨੇ ਤੇ ਸਾਰਿਆਂ ਦੀ ਰੱਖਿਆ ਆਪ ਹੀ ਕਰ ਰਿਹਾ ਹੈ। ਜੈਸੇ ਮਹਿਲ ਰਾਖੇ ਤੈਸੇ ਰਹਿਣਾ, ਕਿਆ ਇਹ ਕਰੈ ਵਿਚਾਰਾ। ਕਹਿੰਦੇ ਜਿਸ ਹਾਲਤ ਵਿੱਚ ਵੀ ਸਰੀਰ ਵਿੱਚ ਜੀਵ ਨੂੰ ਪਰਮਾਤਮਾ ਰੱਖ ਰਿਹਾ ਹੈ, ਉਹ ਤੋਂ ਜੋ ਕੁਝ ਵੀ ਕਰਵਾ ਰਿਹਾ ਹੈ ਪਰਮਾਤਮਾ ਹੀ ਹੈ। ਜੀਵ ਦੇ ਹੱਥ ਵੱਸ ਕੁਛ ਨਹੀਂ ਹੈ। ਜਿਨ ਕਿਛ ਕੀਆ ਸੋਈ ਜਾਣੈ, ਜਿਨ ਇਹ ਸਭ ਬਿਦ ਸਾਜੀ। ਕਹੋ ਨਾਨਕ ਅਪਰੰਪਰ ਸੁਆਮੀ, ਕੀਮਤ ਆਪਣੇ ਕਾਜੀ। ਨਾਨਕ ਜੀ ਕਹਿੰਦੇ ਨੇ ਜੋ ਕੁਛ ਵੀ ਹੋ ਰਿਹਾ ਹੈ, ਜੋ ਕੁਛ ਵੀ ਇਹ ਵਿਧੀ ਬਣਾਈ ਹੋਈ ਹੈ ਸੰਸਾਰ ਵਿੱਚ, ਸਭ ਕੁਛ ਪਰਮਾਤਮਾ ਦਾ ਸਾਜਿਆ ਹੋਇਆ ਹੈ। ਨਾਨਕ ਜੀ ਕਹਿੰਦੇ ਨੇ ਪਰਮਾਤਮਾ ਆਪਣੇ ਕੰਮਾਂ ਦੀ ਕੀਮਤ ਆਪ ਹੀ ਜਾਣਦਾ ਹੈ। ਜੀਵ ਨੂੰ ਉਹਦੀ ਕੀਤੀ ਹੋਈ ਦੀ ਕੀਮਤ ਨਹੀਂ ਪੈ ਸਕਦੀ। ਜੀਵ ਸਿਰਫ ਦੇਖ ਰਿਹਾ ਹੈ, ਕਰ ਰਿਹਾ ਹੈ ਜਿਵੇਂ ਪਰਮਾਤਮਾ ਕਰਵਾ ਰਿਹਾ ਹੈ। ਗੌੜੀ ਮਹੱਲਾ ਪੰਜਵਾਂ। ਛੋੜ ਛੋੜ ਰੇ ਬਿਖਿਆ ਕੇ ਰਸੂਆ, ਉਰਜ ਰਿਹੋ ਰੇ ਬਾਵਰ ਗਾਵਰ, ਜਿਉ ਕਿਰਖੈ ਹਰਿਆਇਓ ਪਸੂਆ। ਰਹਾਓ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਜੀਵ ਨੂੰ ਕਹਿ ਰਹੇ ਨੇ ਕਿ ਤੂੰ ਇਹ ਜਿਹੜੇ ਮਾਇਆ ਦੇ ਰਸ ਨੇ ਇਹਨਾਂ ਨੂੰ ਛੱਡ ਦੇ। ਕਹਿੰਦੇ ਤੂੰ ਮਾਇਆ ਦੇ ਰਸਾਂ ਦੇ ਵਿੱਚ ਇਸ ਤਰ੍ਹਾਂ ਉਲਝਿਆ ਹੋਇਆ ਜਿਵੇਂ ਹਰਿਆਲੀ ਵਾਲੇ ਖੇਤ ਨੂੰ ਦੇਖ ਕੇ ਜਿਹੜਾ ਪਸ਼ੂ ਕਹਿੰਦੇ ਮਸਤ ਹੋ ਜਾਂਦਾ ਉਸ ਹਰਿਆਲੀ ਵਾਲੇ ਖੇਤ 'ਚ। ਜੋ ਜਾਣੈ ਤੂੰ ਆਪਣੇ ਕਾਜੈ, ਸੋ ਸੰਗ ਨਾ ਚਾਲੈ ਤੇਰੇ ਤਸੂਆ। ਕਹਿੰਦੇ ਜਿਸ ਚੀਜ਼ ਨੂੰ ਤੂੰ ਸਮਝ ਰਿਹਾ ਕਿ ਵੀ ਇਹ ਮੇਰੇ ਕੰਮ ਆਉਣ ਵਾਲੀ ਆ, ਉਹ ਕਹਿੰਦੇ ਰੱਤੀ ਭਰ ਵੀ ਤੇਰੇ ਨਾਲ ਅੰਤ 'ਤੇ ਨਹੀਂ ਜਾਂਦੀ ਨਾਲ, ਉਹਨੂੰ ਤੂੰ ਕਹਿੰਦੇ ਆਪਣੀ ਸਮਝ ਰਿਹਾ। ਨਾਗੋ ਆਇਓ ਨਾਗ ਸਿਦਾਸੀ, ਫੇਰ ਫਿਰਿਓ ਅਰਕਾਲ ਗਰਸੂਆ। ਕਹਿੰਦੇ ਜੀਵ ਖਾਲੀ ਹੱਥ ਸੰਸਾਰ ਤੋਂ ਆਉਂਦਾ, ਖਾਲੀ ਹੱਥ ਹੀ ਜਾਂਦਾ। ਫਿਰ ਕਹਿੰਦੇ ਜੀਵ ਇਸ ਮਾਇਆ ਦੇ ਚੱਕਰ ਵਿੱਚ ਪੈ ਕੇ ਜਨਮ ਮਰਨ ਦੇ ਚੱਕਰ ਵਿੱਚ ਪੈਂਦਾ ਹੈ ਤਾਂ ਉਹਨੂੰ ਆਤਮਕ ਮੌਤ ਘੇਰੀ ਰੱਖਦੀ ਹੈ। ਪੇਖ ਪੇਖ ਰੇ ਕਸੁੰਭ ਕੀ ਲੀਲਾ, ਰਾਚ ਮਾਚ ਤਿੰਨਹੂ ਲੋ ਹਸੂਆ। ਕਹਿੰਦੇ ਜਿਹੜਾ ਇਹ ਜਗਤ ਹੈ, ਕਹਿੰਦੇ ਇਹ ਕਸੁੰਭ ਦੇ ਫੁੱਲ ਵਾਂਗ ਆ। ਕਸੁੰਭ ਦਾ ਫੁੱਲ ਸੁਣੀਦਾ ਕਿ ਬਹੁਤ ਥੋੜ੍ਹ ਚਿਰਾ ਹੈ। ਇਸ ਤਰ੍ਹਾਂ ਜਿਹੜੀ ਇਹ ਜਗਤ ਦੀ ਸਾਡੀ ਫੇਰੀ ਆ ਬਹੁਤ ਥੋੜ੍ਹ ਚਿਰੀ ਹੈ। ਕਹਿੰਦੇ ਫਿਰ ਵੀ ਕਹਿੰਦੇ ਤੂੰ ਸੰਸਾਰਕ ਜਿਹੜੇ ਪਦਾਰਥ ਨੇ, ਮਾਇਕ ਪਦਾਰਥ, ਉਹਨਾਂ ਵਿੱਚ ਖੁਸ਼ੀ ਮਨਾਉਂਦਾ ਹੈ ਜੋ ਕਿ ਥੋੜ੍ਹ ਚਿਰੀ ਹੈ। ਸ਼ੀਜਤ ਡੋਰ ਦਿਨਸ ਅਰ ਰੈਣੀ, ਜੀ ਕੋ ਕਾਜ ਨਾ ਕੀਨੋ ਕਛੂਆ। ਕਹਿੰਦੇ ਜਿਹੜੀ ਤੇਰੀ ਇਹ ਜੀਵਨ ਦੀ ਡੋਰੀ ਆ, ਕਹਿੰਦੇ ਦਿਨ ਰਾਤ ਕਹਿੰਦੇ ਇਹ ਕਮਜ਼ੋਰ ਹੁੰਦੀ ਜਾ ਰਹੀ ਆ। ਮਤਲਬ ਜ਼ਿੰਦਗੀ ਦੇ ਦਿਨ ਖਤਮ ਹੁੰਦੇ ਜਾ ਰਹੇ ਨੇ।
ਜੋ ਕਹਿੰਦੇ ਪਰਮਾਤਮਾ ਦਾ ਨਾਮ ਤੇਰੇ ਕੰਮ ਆਉਣ ਵਾਲੀ ਚੀਜ਼ ਆ, ਉਹਦੇ ਬਾਰੇ ਤੂੰ ਗੌਰ ਨਹੀਂ ਕਰ ਰਿਹਾ। ਕਰਤ ਕਰਤ ਇਵ ਹੀ ਬਿਰਤਾਨੋ, ਹਾਰਿਓ ਉਕਤੇ ਤਨ ਖੀਨ ਸੁਆ। ਫਿਰ ਕਹਿੰਦੇ ਇਸ ਤਰ੍ਹਾਂ ਹੀ ਤੇਰੀ ਉਮਰ ਬੀਤਦੀ ਜਾਂਦੀ ਆ, ਬੁਢਾਪਾ ਆ ਜਾਣਾ ਕਹਿੰਦੇ, ਫਿਰ ਤੇਰਾ ਜਿਹੜਾ ਤਨ ਆ ਇਹਨੇ ਕਮਜ਼ੋਰ ਹੋ ਜਾਣਾ, ਜਿਹੜੀ ਤੇਰੀ ਬੁੱਧੀ ਆ ਇਹਨੇ ਵੀ ਕਹਿੰਦੇ ਇੰਨੀ ਕੰਮ ਕਰਨ ਵਾਲੀ ਨਹੀਂ ਰਹਿਣਾ ਹੈਗਾ। ਜਿਉ ਮੋਹਿਓ ਉਨ ਮੋਹਨੀ ਬਾਲਾ, ਉਸ ਤੇ ਕਟੈ ਨਹੀਂ ਰੁਚ ਚਸ਼ੁਆ। ਜਿਉ ਮੋਹਿਓ ਉਨ ਮੋਹਨੀ ਬਾਲਾ, ਉਸ ਤੇ ਕਟੇ ਨਹੀਂ ਰੁਚ ਚਸੁਆ। ਕਹਿੰਦੇ ਜਿਵੇਂ ਜਵਾਨੀ ਦੇ ਵਕਤ ਤੂੰ ਮਾਇਆ ਦੇ ਵਿੱਚ ਕਹਿੰਦੇ ਮੋਹਿਆ ਗਿਆ ਸੀ, ਕਹਿੰਦੇ ਹੁਣ ਬੁਢਾਪੇ ਤੱਕ ਵੀ ਕਹਿੰਦੇ ਤੈਨੂੰ ਜਿਹੜਾ ਮਾਇਆ ਦਾ ਚਸਕਾ ਇੱਕ ਰਤੀ ਭਰ ਵੀ ਨਹੀਂ ਘਟਿਆ, ਉਸ ਤਰ੍ਹਾਂ ਹੀ ਹੁਣ ਵੀ ਕਹਿੰਦੇ ਤੂੰ ਮਾਇਆ ਦੇ ਵਿੱਚ ਹੀ ਗਲਤਾਨ ਆ, ਜਿਵੇਂ ਤੂੰ ਸ਼ੁਰੂ ਤੋਂ ਜਵਾਨੀ ਵੇਲੇ ਤੋਂ ਆ ਰਿਹਾ। ਜਗ ਐਸਾ ਮੋਹਿ ਗੁਰੈ ਦਿਖਾਇਓ, ਤੋ ਸਰਨ ਪਰਿਓ ਤਜ ਗਰਭ ਸੁਆ। ਕਹਿੰਦੇ ਮੈਨੂੰ ਜਦੋਂ ਗੁਰੂ ਨੇ ਦਿਖਾ ਦਿੱਤਾ ਕਿ ਜਗਤ ਦੀ ਇਹ ਸੱਚਾਈ ਆ, ਕਹਿੰਦੇ ਫਿਰ ਮੈਂ ਸਾਰਾ ਗਰਭ ਛੱਡ ਕੇ, ਸਾਰਾ ਹੰਕਾਰ ਛੱਡ ਕੇ ਕਹਿੰਦੇ ਉਸ ਗੁਰੂ ਦੀ ਸ਼ਰਨ ਪੈ ਗਿਆ, ਪਰਮਾਤਮਾ ਦੀ ਸ਼ਰਨ ਪੈ ਗਿਆ ਜਦੋਂ ਮੈਂ ਦੇਖਿਆ ਕਿ ਸੰਸਾਰ ਦੀ ਜਗਤ ਦੀ ਸੱਚਾਈ ਕੀ ਆ। ਮਾਰਗ ਪ੍ਰਭ ਕੋ ਸੰਤ ਬਤਾਇਓ, ਦ੍ਰਿੜੀ ਨਾਨਕ ਦਾਸ ਭਗਤ ਹਰ ਜਸੁਆ। ਮਾਰਗ ਪ੍ਰਭ ਕੋ ਸੰਤ ਬਤਾਇਓ, ਦ੍ਰਿੜੀ ਨਾਨਕ ਦਾਸ ਭਗਤ ਹਰ ਜਸੁਆ। ਨਾਨਕ ਜੀ ਕਹਿੰਦੇ ਨੇ ਸਾਡੇ ਜੀਵ ਵੱਲੋਂ, ਕਹਿੰਦੇ ਜਦੋਂ ਪਰਮਾਤਮਾ ਦੇ ਸੰਤ ਨੇ ਕਹਿੰਦੇ ਮੈਨੂੰ ਪਰਮਾਤਮਾ ਦੇ ਘਰ ਦਾ ਅਸਲੀ ਰਸਤਾ ਦਿਖਾ ਦਿੱਤਾ, ਕਹਿੰਦੇ ਫਿਰ ਕਹਿੰਦੇ ਨਾਨਕ ਜੀ ਕਹਿੰਦੇ ਨੇ ਮੈਂ ਪਰਮਾਤਮਾ ਦੇ ਦਾਸ ਨੇ, ਪਰਮਾਤਮਾ ਦੀ ਭਗਤੀ, ਪਰਮਾਤਮਾ ਦੀ ਕੀਰਤੀ, ਪਰਮਾਤਮਾ ਦਾ ਜਸ ਕਹਿੰਦੇ ਆਪਣੇ ਹਿਰਦੇ ਵਿੱਚ ਦ੍ਰਿੜ ਕਰ ਲਿਆ। ਉਹਦੀ ਨਾਮ ਭਗਤੀ ਮੈਂ ਦ੍ਰਿੜ ਕਰ ਲਈ ਜਦੋਂ ਮੈਨੂੰ ਸੰਤਾਂ ਨੇ ਅਸਲੀ ਮਾਰਗ ਦਿਖਾ ਦਿੱਤਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਮੇਰੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਸਾਂਝ ਪਾਉਂਦਿਆਂ, ਬਾਣੀ ਪੜ੍ਹਦਿਆਂ ਇਸ ਅਣਜਾਣ ਬੱਚੀ ਦੀਆਂ ਹੋਈਆਂ ਬੇਅੰਤ ਗਲਤੀਆਂ ਬਖਸ਼ ਦੇਣੀਆਂ ਜੀ, ਅੱਗੇ ਤੋਂ ਸਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ।